ਕਿਧਰੇ ਇਹ ਵੀ ਮਨ 'ਚ ਆਉਂਦਾ ਹੋਵੇਗਾ ਕਿ ਐਡੇ ਵੱਡੇ ਸੰਕਟ 'ਚੋਂ ਐਡੇ ਵੱਡੇ ਦੋਸ਼ਾਂ 'ਚੋਂ ਕਿਵੇਂ ਪਾਰ ਆਵਾਂਗੇ ਕਿ ਹਰ ਵਾਰੀ ਜਿਹੜਾ ਕਿ ਸੱਚ ਸਾਹਮਣੇ ਆਉਂਦਾ ਰਿਹਾ। ਕਿਉਂ ਅੰਦੋਲਨ ਫਿਰ ਵੀ ਕਾਮਯਾਬ ਰਿਹਾ ਐਡੇ ਵੱਡੇ ਪਹਾੜ ਡਿੱਗਣ ਦੇ ਬਾਵਜੂਦ? ਮੈਂ ਬੜੇ ਪ੍ਰਧਾਨ ਮੰਤਰੀਆਂ ਨਾਲ ਡੀਲ ਕੀਤਾ, ਮੌਕਾ ਮਿਲਦਾ ਰਿਹਾ ਉਹਨਾਂ ਨਾਲ ਗੱਲਬਾਤ ਕਰਨ ਦਾ, ਮੋਰਚਿਆਂ ਦੇ ਮਸਲਿਆਂ ਦੇ ਸੰਬੰਧ 'ਚ ਉਹਨਾਂ ਨੂੰ ਹੱਲ ਕਰਾਉਣ ਦਾ। ਪਰ ਮੈਨੂੰ ਅਫਸੋਸ ਹੈ, ਦੇਸ਼ ਦਾ ਪ੍ਰਧਾਨ ਮੰਤਰੀ ਆ, ਪ੍ਰਧਾਨ ਮੰਤਰੀ ਦੇਸ਼ ਦਾ ਸਾਂਝਾ ਹੁੰਦਾ, ਕਹਿਣਾ ਨਹੀਂ ਚਾਹੀਦਾ, ਪਰ ਫਿਰ ਵੀ ਇਸ ਲਈ ਕਹਾਂਗਾ ਕਿ ਪ੍ਰਧਾਨ ਮੰਤਰੀ ਦੇਸ਼ ਦਾ ਪ੍ਰਧਾਨ ਮੰਤਰੀ ਹਾਲੇ ਨਹੀਂ ਬਣਿਆ। ਹਾਲੇ ਉਹ ਇੱਕ ਪਾਰਟੀ ਦਾ ਪ੍ਰਧਾਨ ਮੰਤਰੀ ਬਣ ਕੇ ਵਿਚਰਦਾ ਹੈ। ਪਹਿਲਾ ਗੁਣ ਹੁੰਦਾ ਸਰਕਾਰਾਂ ਦਾ, ਜ਼ੁਬਾਨ ਤੋਂ ਕੋਈ ਨਿਕਲੀ ਗੱਲ ਉਹਦੇ 'ਤੇ ਪਹਿਰਾ ਦੇਣਾ, ਖੜਨਾ ਜ਼ਰੂਰੀ ਹੁੰਦਾ ਹੈ। ਪਰ ਇਹ ਸਰਕਾਰ ਸਵੇਰੇ ਕੁਝ ਕਹਿ ਦਿੰਦੀ ਹੈ, ਦੁਪਹਿਰੇ ਕੁਝ ਕਹਿ ਦਿੰਦੀ ਹੈ, ਸ਼ਾਮ ਨੂੰ ਕੁਝ ਕਹਿ ਦਿੰਦੀ ਹੈ। ਇੰਨੇ ਇਹਨਾਂ ਨੇ ਹਮਲੇ ਸਾਡੇ 'ਤੇ ਕੀਤੇ। ਮੈਂ ਇਹ ਮੰਨ ਕੇ ਚੱਲਦਾ ਵੀ ਅੰਦੋਲਨ ਅਸੀਂ ਨਹੀਂ ਚਲਾ ਰਹੇ, ਅਕਾਲ ਪੁਰਖ ਚਲਾ ਰਿਹਾ। ਕੀ ਬਾਤ। ਹੁਣ ਜਿਵੇਂ ਉਹ ਕਹੀ ਗਏ ਬਹੁਤ ਦੇਰ ਵੀ ਜੀ ਸਾਨੂੰ ਦੱਸਦੇ ਨਹੀਂ ਕਾਨੂੰਨਾਂ 'ਚ ਕਾਲਾ ਕੀ ਹੈ, ਅਤੇ ਮੈਂ ਕਿਹਾ ਸੀਗਾ ਵੀ ਤੁਹਾਡੇ ਕੋਲ ਸਾਰੀ ਰਿਕਾਰਡਿੰਗ ਪਈ ਹੈ, 11 ਜਿਹੜੀਆਂ ਮੀਟਿੰਗਾਂ ਹੋਈਆਂ ਉਹਨਾਂ ਦੀ ਟੋਟਲ ਰਿਕਾਰਡਿੰਗ ਸਰਕਾਰ ਦੇ ਕੋਲ ਹੈ। ਤੁਸੀਂ ਉਹ ਪਬਲਿਕ ਕਰ ਦਿਓ, ਲੋਕਾਂ ਨੂੰ ਪਤਾ ਲੱਗ ਜਾਏ ਕੌਣ ਕੀ ਬੋਲਿਆ, ਕਿੱਥੇ ਅਸੀਂ ਕਾਲਾ ਦੱਸਿਆ, ਕਿੱਥੋਂ ਅਸੀਂ ਉਹਨੂੰ ਸਹੀ ਕਿਹਾ। ਇਹ ਅੰਦੋਲਨ ਸਿਰਫ ਭਾਰਤ ਦਾ ਅੰਦੋਲਨ ਨਹੀਂ ਰਹਿ ਗਿਆ, ਇਹ ਦੁਨੀਆ ਭਰ ਦੇ ਲੋਕਾਂ ਲਈ ਕਾਰਪੋਰੇਟ ਵਰਸਸ ਆਮ ਆਦਮੀ ਅੰਦੋਲਨ ਹੋ ਗਿਆ। ਲੋਕਾਂ ਨੂੰ ਸਮਝ ਪੈ ਗਈ ਵੀ ਇਹ ਕੇਵਲ ਕਿਸਾਨ ਦਾ ਅੰਦੋਲਨ ਨਹੀਂ ਹੈ, ਇਹਨੇ ਪ੍ਰਭਾਵਿਤ ਸਾਰੇ ਸਮਾਜ ਨੂੰ ਕਰਨਾ, ਸਾਰੀ ਦੁਨੀਆ ਨੂੰ ਕਰਨਾ। ਇੱਕ ਕੰਧ ਹੈ ਜਿਹੜੀ ਅਕਾਲ ਪੁਰਖ ਨੇ ਖੜੀ ਕਰ ਦਿੱਤੀ ਮੋਦੀ ਸਰਕਾਰ ਦੇ ਅੱਗੇ। ਇਹ ਕੰਧ ਪਾਰ ਕਰਨੀ ਹੁਣ ਉਹਨਾਂ ਨੂੰ ਔਖੀ ਹੋਈ ਹੈ। ਜੋ ਮਰਜ਼ੀ ਝੂਠ ਬੋਲੀ ਜਾਣ, ਜਿੰਨਾ ਮਰਜ਼ੀ ਲੰਬਾ ਲੈ ਜਾਣ, ਜਦੋਂ ਤੱਕ ਸਾਨੂੰ ਇਸੇ ਤਰ੍ਹਾਂ ਸਾਥ ਮਿਲਦਾ ਰਹੂ, ਇਹ ਅੰਦੋਲਨ ਚੱਲਦਾ ਰਹੂ, ਇਹ ਦੁਨੀਆ ਨੂੰ ਕੁਝ ਦੇ ਕੇ ਜਾਏਗਾ। ਆਮਣੇ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਅੱਜ ਸਾਡੇ ਨਾਲ ਹਨ ਸੰਯੁਕਤ ਕਿਸਾਨ ਮੋਰਚੇ ਦੇ ਸਿਰਮੌਰ ਨੇਤਾ। ਮੈਂ ਪੰਜਾਬ ਜਾਂ ਦੇਸ਼ ਦੀ ਗੱਲ ਨਹੀਂ ਕਰਾਂਗਾ, ਦੁਨੀਆ ਭਰ 'ਚ ਜਾਣੀ ਪਹਿਚਾਣੀ ਹਸਤੀ ਸਾਹਿਬ ਬਲਵੀਰ ਸਿੰਘ ਰਾਜੇਵਾਲ। ਕਿਸਾਨ ਅੰਦੋਲਨ ਦੀ ਜਿੱਤ ਨਾਲ, ਉਹਦੀ ਫਤਿਹ ਨਾਲ ਅਤੇ ਉਸ ਦੇ ਅੰਦੋਲਨ ਨਾਲ ਬਹੁਤ ਸਾਰੇ ਸਵਾਲ ਜੁੜੇ ਆ। ਉਹਨਾਂ ਮੁੱਦਿਆਂ 'ਤੇ ਆਪਾਂ ਕਰਾਂਗੇ ਚਰਚਾ। ਰਾਜੇਵਾਲ ਸਾਹਿਬ, ਮੇਰੀ ਟੀਮ ਵੱਲੋਂ, ਮੇਰੇ ਚੈਨਲ ਵੱਲੋਂ ਸਾਡੇ ਚੈਨਲ 'ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜੀ ਆਇਆਂ ਨੂੰ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਰਾਜੇਵਾਲ ਸਾਹਿਬ, ਜਿਸ ਮੁੱਦੇ 'ਤੇ ਆਪਾਂ ਗੱਲ ਕਰਦੇ ਹਾਂ, ਪਹਿਲਾ ਸਵਾਲ, ਕਾਫੀ ਦਿਨਾਂ ਬਾਅਦ ਤੁਹਾਡੇ ਨਾਲ ਮੁਲਾਕਾਤ ਹੋ ਰਹੀ ਹੈ, ਮੈਂ ਵਿਅਕਤੀਗਤ ਤੌਰ 'ਤੇ ਲੈਣਾ ਚਾਹਾਂਗਾ ਕਿ ਐਡਾ ਵੱਡਾ ਅੰਦੋਲਨ ਜਿਸ ਤਰੀਕੇ ਨਾਲ ਉੱਭਰਿਆ ਦਿੱਲੀ ਦੀਆਂ ਬਰੂਹਾਂ 'ਤੇ, ਹੁਣ ਮੈਂ ਕਿਹਾ ਕਿ ਕੌਮਾਂਤਰੀ ਪੱਧਰ 'ਤੇ ਚਲਾ ਗਿਆ, ਕਿਤੇ ਬਹੁਤ ਮਨ 'ਚ ਰਹਿੰਦਾ ਹੋਵੇਗਾ ਕਿ ਯਾਰ ਐਡਾ ਵੱਡਾ ਭਾਰ ਹੈ, ਐਡੀ ਵੱਡੀ ਜ਼ਿੰਮੇਵਾਰੀ ਨਿਭਾਉਣ ਬਾਰੇ ਕਿਤੇ ਆਉਂਦੀ ਹੋਏਗੀ ਮਨ 'ਚ ਗੱਲ ਕਿ ਜੋ ਲੋਕਾਂ ਨੇ, ਜੋ ਕਿਸਾਨਾਂ ਨੇ, ਦੁਨੀਆ ਭਰ ਨੇ ਤੁਹਾਡੇ 'ਚ ਭਰੋਸੇ ਦਾ ਪ੍ਰਗਟਾਵਾ ਕੀਤਾ ਹੈ ਕਿ ਉਹ ਭਰੋਸਾ ਕਿਤੇ ਥਿੜਕਣਾ ਨਹੀਂ ਚਾਹੀਦਾ। ਹਾਂ, ਬਿਲਕੁਲ। ਇਹ ਹਮੇਸ਼ਾ ਮਨ ਵਿੱਚ ਖਿਆਲ ਰਹਿੰਦਾ ਹੈ ਭਈ ਜਿਸ ਤਰ੍ਹਾਂ ਸਾਰੀ ਦੁਨੀਆ ਵਿੱਚ ਬੈਠੇ ਪੰਜਾਬੀਆਂ ਨੇ ਔਰ ਪੰਜਾਬ ਦੇ ਕਿਸਾਨਾਂ ਨੇ, ਆਮ ਲੋਕਾਂ ਨੇ ਜਿੰਨਾ ਸਾਥ ਦਿੱਤਾ, ਜਿੰਨਾ ਹੁੰਗਾਰਾ ਦਿੱਤਾ, ਜਿੰਨਾ ਹੌਸਲਾ ਦਿੱਤਾ, ਇਹ ਅੱਜ ਤੱਕ ਸਾਰੀ ਜ਼ਿੰਦਗੀ ਇੰਨਾ ਕਿਸੇ ਅੰਦੋਲਨ ਵਿੱਚ ਇਹ ਕੁਝ ਹੁੰਦਾ ਦੇਖਿਆ ਨਹੀਂ, ਵਾਪਰਦਾ ਦੇਖਿਆ ਨਹੀਂ। ਤੋ ਇਸ ਕਰਕੇ ਕੁਦਰਤੀ ਹੈ, ਇੱਕ ਇਖਲਾਕੀ ਜ਼ਿੰਮੇਵਾਰੀ ਹੈ ਵੀ ਇਹ ਵਿਸ਼ਵਾਸ ਜਿਹੜਾ ਉਹਨਾਂ ਦਾ ਸਾਡੇ 'ਤੇ ਬਣਿਆ ਉਹਨੂੰ ਸੱਟ ਨਾ ਵੱਜੇ। ਇਸ ਕਰਕੇ ਇਹ ਹਮੇਸ਼ਾ ਇਹ ਖਿਆਲ ਰਹਿੰਦਾ ਹੈ ਕਿ ਇਹ ਅੰਦੋਲਨ ਸਫਲ ਹੋਵੇ। ਇਹਦੇ ਨਾਲ ਲੱਖਾਂ ਕਰੋੜਾਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਜੁੜੀਆਂ ਹੋਈਆਂ। ਇਹਦੇ 'ਚ ਸਫਲਤਾ ਹੋਣੀ ਯਕੀਨੀ ਹੋਣੀ ਚਾਹੀਦੀ ਹੈ। ਇਹਦੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਏ ਅਤੇ ਕੋਈ ਕੋਤਾਹੀ ਨਾ ਹੋ ਜਾਏ। ਇਹਦੇ ਲਈ ਹਰ ਵੇਲੇ ਖਿਆਲ ਉਹਨਾਂ ਸਾਰੇ ਸੱਜਣਾਂ ਦਾ ਜਿਹੜੇ ਲਗਾਤਾਰ ਸਪੋਰਟ 'ਤੇ ਨੇ, ਉਹਨਾਂ ਦਾ ਖਿਆਲ ਰਹਿੰਦਾ ਹੈ। ਰਾਜੇਵਾਲ ਸਾਹਿਬ, ਜਿੰਨਾ ਲੰਬਾ ਅੰਦੋਲਨ ਜਿਸ ਸ਼ਿੱਦਤ ਦੇ ਨਾਲ ਚਲਾ ਰਹੇ ਹੋ, ਦੂਜੇ ਪਾਸੇ ਸਰਕਾਰ ਹੈ, ਮੋਦੀ ਸਰਕਾਰ, ਬੜੀ ਵਾਰੀ ਲਗਾਤਾਰ ਅੰਦੋਲਨ ਦੇ ਉੱਤੇ ਪਹਾੜ ਸੁੱਟੇ, ਬੜੇ ਵੱਡੇ ਦੋਸ਼ ਲੱਗਦੇ ਰਹੇ, ਉਹਨਾਂ ਦੋਸ਼ਾਂ 'ਚੋਂ ਮੁਕਤ ਹੋ ਕੇ ਅੰਦੋਲਨ ਨਿਕਲਦਾ ਵੀ ਰਿਹਾ। ਜਦੋਂ ਕਿਤੇ ਇਹੋ ਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਧਰੇ ਇਹ ਵੀ ਮਨ 'ਚ ਆਉਂਦਾ ਹੋਵੇਗਾ ਕਿ ਐਡੇ ਵੱਡੇ ਸੰਕਟ 'ਚੋਂ, ਐਡੇ ਵੱਡੇ ਦੋਸ਼ਾਂ 'ਚੋਂ ਕਿਵੇਂ ਪਾਰ ਆਵਾਂਗੇ ਕਿ ਹਰ ਵਾਰੀ ਜਿਹੜਾ ਕਿ ਸੱਚ ਸਾਹਮਣੇ ਆਉਂਦਾ ਰਿਹਾ। ਕਿਉਂ ਅੰਦੋਲਨ ਫਿਰ ਵੀ ਕਾਮਯਾਬ ਰਿਹਾ ਐਡੇ ਵੱਡੇ ਪਹਾੜ ਡਿੱਗਣ ਦੇ ਬਾਵਜੂਦ? ਇੱਕ ਗੱਲ ਸਮਝੋ ਵੀ ਮੈਂ ਸਾਰੀ ਜ਼ਿੰਦਗੀ ਦੇ 51 ਸਾਲ ਇਹ ਕਿਸਾਨ ਸੰਘਰਸ਼ ਵਿੱਚ ਲਾਏ ਹੈ। ਮੈਂ ਬੜੇ ਪ੍ਰਧਾਨ ਮੰਤਰੀਆਂ ਨਾਲ ਡੀਲ ਕੀਤਾ, ਮੌਕਾ ਮਿਲਦਾ ਰਿਹਾ ਉਹਨਾਂ ਨਾਲ ਗੱਲਬਾਤ ਕਰਨ ਦਾ, ਮੋਰਚਿਆਂ ਦੇ ਮਸਲਿਆਂ ਦੇ ਸੰਬੰਧ 'ਚ ਉਹਨਾਂ ਨੂੰ ਹੱਲ ਕਰਾਉਣ ਦਾ। ਪਰ ਮੈਨੂੰ ਅਫਸੋਸ ਹੈ
ਦੇਸ਼ ਦਾ ਪ੍ਰਧਾਨ ਮੰਤਰੀ ਆ, ਪ੍ਰਧਾਨ ਮੰਤਰੀ ਦੇਸ਼ ਦਾ ਸਾਂਝਾ ਹੁੰਦਾ, ਕਹਿਣਾ ਨਹੀਂ ਚਾਹੀਦਾ, ਪਰ ਫਿਰ ਵੀ ਇਸ ਲਈ ਕਹਾਂਗਾ ਵੀ ਪ੍ਰਧਾਨ ਮੰਤਰੀ ਦੇਸ਼ ਦਾ ਪ੍ਰਧਾਨ ਮੰਤਰੀ ਹਾਲੇ ਨਹੀਂ ਬਣਿਆ। ਹਾਲੇ ਉਹ ਇੱਕ ਪਾਰਟੀ ਦਾ ਪ੍ਰਧਾਨ ਮੰਤਰੀ ਬਣ ਕੇ ਵਿਚਰਦਾ ਹੈ। ਅਤੇ ਅਫਸੋਸ ਇਸ ਗੱਲ ਦਾ ਵੀ ਹੈ ਵੀ ਜਿੰਨੀ ਝੂਠਿਆਂ ਦੀ ਸਰਕਾਰ ਇਹ ਦੇਖੀ, ਇੰਨੀ ਝੂਠੀ ਸਰਕਾਰ ਮੈਂ ਜ਼ਿੰਦਗੀ 'ਚ ਕਦੇ ਨਹੀਂ ਦੇਖੀ। ਕੋਈ ਗੱਲ ਕਹਿ ਕੇ ਉਹਦੇ 'ਤੇ ਖੜਨ ਦੀ ਪਹਿਲਾ ਗੁਣ ਹੁੰਦਾ ਸਰਕਾਰਾਂ ਦਾ, ਜ਼ੁਬਾਨ ਤੋਂ ਕੋਈ ਨਿਕਲੀ ਗੱਲ ਉਹਦੇ 'ਤੇ ਪਹਿਰਾ ਦੇਣਾ, ਖੜਨਾ ਜ਼ਰੂਰੀ ਹੁੰਦਾ ਹੈ। ਪਰ ਇਹ ਸਰਕਾਰ ਸਵੇਰੇ ਕੁਝ ਕਹਿ ਦਿੰਦੀ ਹੈ, ਦੁਪਹਿਰੇ ਕੁਝ ਕਹਿ ਦਿੰਦੀ ਹੈ, ਸ਼ਾਮ ਨੂੰ ਕੁਝ ਕਹਿ ਦਿੰਦੀ ਹੈ। ਇਹੋ ਜਿਹੀ ਸਰਕਾਰ ਨਾਲ ਡੀਲ ਕਰਨਾ ਬੜਾ ਔਖਾ ਕੰਮ ਹੈ। ਪਰ ਇਹਦੇ ਬਾਵਜੂਦ ਫਿਰ ਵੀ ਜਿਹੜਾ ਜਿੰਨੇ ਇਹਨਾਂ ਨੇ ਹਮਲੇ ਸਾਡੇ 'ਤੇ ਕੀਤੇ, ਮੈਂ ਇਹ ਮੰਨ ਕੇ ਚੱਲਦਾ ਵੀ ਅੰਦੋਲਨ ਅਸੀਂ ਨਹੀਂ ਚਲਾ ਰਹੇ, ਅਕਾਲ ਪੁਰਖ ਚਲਾ ਰਿਹਾ। ਕਿਆ ਬਾਤ। ਔਰ ਇਹਦੇ ਪਿੱਛੇ ਤਾਕਤ ਅਕਾਲ ਪੁਰਖ ਦੀ ਹੈ ਸਾਰੀ, ਜਿਹੜੀ ਵਿਸ਼ਾਲ ਦੁਨੀਆ ਦੀ ਸਭ ਤੋਂ ਵੱਡੀ ਹਸਤੀ ਹੈ, ਉਹਦਾ ਇਹਦੇ ਸਿਰ 'ਤੇ ਹੱਥ ਹੋਣਾ, ਇਸ ਅੰਦੋਲਨ ਨੂੰ ਬਚਾਉਣ ਦਾ, ਇਸ ਅੰਦੋਲਨ ਨੂੰ ਲਗਾਤਾਰ ਚਲਾਉਣ ਦਾ, ਇਹ ਕੁਦਰਤ ਦਾ ਹੀ ਕੋਈ ਕਰਿਸ਼ਮਾ ਹੈ। ਰਾਜਵਰ ਸਾਹਿਬ, ਬਹੁਤ ਵੱਡੀ ਗੱਲ ਕੀਤੀ ਹੈ, ਕੁਦਰਤ ਦੇ ਕ੍ਰਿਸ਼ਮੇ ਦੀ ਗੱਲ। ਜਦੋਂ ਕੁਦਰਤ ਕਹਿੰਦੇ ਨਾਲ ਹੋਵੇ ਤਾਂ ਫਿਰ ਕਿਸੇ ਵਿਅਕਤੀ ਦੀ ਮਦਦ ਦੀ ਲੋੜ ਹੀ ਨਹੀਂ ਰਹਿ ਜਾਂਦੀ, ਜਦੋਂ ਉਸ ਦਾ ਸਿਰ 'ਤੇ ਹੱਥ ਹੋਵੇ। ਬਹੁਤ ਵੱਡਾ ਤੁਸੀਂ ਇਸ ਮੁੱਦੇ ਦੇ ਉੱਤੇ ਜਵਾਬ ਦਿੱਤਾ ਹੈ। ਪਰ ਮੈਂ ਉਸੇ ਮੁੱਦੇ ਨੂੰ ਜੋੜ ਕੇ ਅੱਗੇ ਗੱਲ ਕਰਨੀ ਚਾਹਾਂਗਾ ਕਿ ਜਿਸ ਤਰੀਕੇ ਨਾਲ ਅੰਦੋਲਨ ਚੱਲ ਰਿਹਾ, ਲਗਾਤਾਰ ਜਿਸ ਤਰ੍ਹਾਂ ਦੀ ਹਮਾਇਤ ਤੁਸੀਂ ਕਹਿ ਰਹੇ ਹੋ, ਦੁਨੀਆ ਭਰ 'ਚ ਬੈਠੇ ਲੋਕ ਤੁਹਾਡੀ ਹਮਾਇਤ ਕਰ ਰਹੇ। ਦੂਜੇ ਪਾਸੇ ਹਰ ਵਾਰ ਜਦੋਂ ਵੀ ਕਿਤੇ ਮੌਕਾ ਆਉਂਦਾ, ਤੁਸੀਂ ਕਹਿੰਦੇ ਵੀ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ, ਤਾਂ ਕੇਂਦਰ ਦੇ ਨੁਮਾਇੰਦੇ, ਕਦੇ ਮੰਤਰੀ, ਕਦੇ ਉਹਨਾਂ ਦੀ ਪਾਰਟੀ ਦੇ ਆਗੂ ਕਹਿੰਦੇ ਜੀ ਅਸੀਂ ਤਾਂ ਗੱਲਬਾਤ ਕਰਨ ਲਈ ਤਿਆਰ ਹਾਂ, ਇਹ ਜਾਣ ਕੇ ਨਹੀਂ ਗੱਲਬਾਤ ਕਰਨੀ ਚਾਹੁੰਦੇ, ਇਹ ਅੰਦੋਲਨ ਨੂੰ ਪੋਲੀਟੀਕਲ ਸ਼ੇਪ ਦੇਣਾ ਚਾਹੁੰਦੇ ਆ, ਕਦੇ ਕਹਿੰਦੇ ਆ ਜੀ ਅੰਦੋਲਨ 'ਚੋਂ ਰਾਜਸੀ ਰੰਗਤ ਦੇਣਾ ਚਾਹੁੰਦੇ ਆ, ਕਦੇ ਹੋਰ ਤਰ੍ਹਾਂ ਦੇ ਐਲੀਗੇਸ਼ਨ ਲਾਉਣਾ ਚਾਹੁੰਦੇ ਆ। ਕੀ ਲੱਗਦਾ ਕਿ ਸਰਕਾਰ ਜਿਸ ਤਰ੍ਹਾਂ ਦੇ ਐਲੀਗੇਸ਼ਨ ਲਗਾ ਰਹੀ ਹੈ ਕਿ ਅੰਦੋਲਨ ਦੇ ਨੇਤਾ ਗੱਲਬਾਤ ਨਹੀਂ ਕਰਨਾ ਚਾਹੁੰਦੇ, ਜਾਂ ਇਹ ਵੀ ਇੱਕ ਭੰਡੀ ਪ੍ਰਚਾਰ ਦਾ ਤਰੀਕਾ ਹੈ ਸਰਕਾਰ ਦਾ? ਨਹੀਂ, ਬਿਲਕੁਲ ਇਹਦੇ 'ਚ ਕੋਈ ਦੋ ਰਾਏ ਨਹੀਂ। ਮੈਂ ਬੜੀ ਸਪਸ਼ਟ ਕਰਾਂ, ਮੈਂ ਪਹਿਲਾਂ ਹੀ ਕਹਿ ਚੁੱਕਾ ਵੀ ਇੰਨੇ ਝੂਠੇ ਬੰਦੇ ਕਦੇ ਕੋਈ ਦੇਖੇ ਨਹੀਂ ਸਾਰੀ ਉਮਰ। ਗੱਲਬਾਤ ਕਰਨ ਆਉਂਦੇ ਨੇ ਰਾਤ ਨੂੰ, ਪ੍ਰਾਈਵੇਟ ਕਾਰਾਂ 'ਚ ਆ ਕੇ ਮੰਤਰੀ 2-2 ਘੰਟੇ ਪੂਰਾ ਮੱਥਾ ਪੱਚੀ ਕਰਦੇ ਨੇ ਸਾਡੇ ਨਾਲ, ਔਰ ਮੁੜ ਜਾਂਦੇ ਨੇ, ਪਰ ਕਿਸੇ ਗੱਲ 'ਤੇ ਖੜ੍ਹਦੇ ਹੀ ਨਹੀਂ। ਹੁਣ ਜਿਵੇਂ ਉਹ ਕਹੀ ਗਏ ਬਹੁਤ ਦੇਰ ਵੀ ਜੀ ਸਾਨੂੰ ਦੱਸਦੇ ਨਹੀਂ ਕਾਨੂੰਨਾਂ 'ਚ ਕਾਲਾ ਕੀ ਹੈ, ਅਤੇ ਮੈਂ ਕਿਹਾ ਸੀਗਾ ਵੀ ਤੁਹਾਡੇ ਕੋਲ ਸਾਰੀ ਰਿਕਾਰਡਿੰਗ ਪਈ ਹੈ, 11 ਜਿਹੜੀਆਂ ਮੀਟਿੰਗਾਂ ਹੋਈਆਂ ਉਹਨਾਂ ਦੀ ਟੋਟਲ ਰਿਕਾਰਡਿੰਗ ਸਰਕਾਰ ਦੇ ਕੋਲ ਹੈ, ਤੁਸੀਂ ਉਹ ਪਬਲਿਕ ਕਰ ਦਿਓ, ਲੋਕਾਂ ਨੂੰ ਪਤਾ ਲੱਗ ਜਾਏ ਕੌਣ ਕੀ ਬੋਲਿਆ, ਕਿੱਥੇ ਅਸੀਂ ਕਾਲਾ ਦੱਸਿਆ, ਕਿੱਥੋਂ ਅਸੀਂ ਉਹਨੂੰ ਸਹੀ ਕਿਹਾ। ਜੇ ਸਹੀ ਗਲਤ ਦਾ ਲੋਕ ਆਪੇ ਅੰਦਾਜ਼ਾ ਲਾ ਲੈਣਗੇ। ਤੁਸੀਂ ਉਹਦੀ ਜਿਹੜੀ ਰਿਕਾਰਡਿੰਗ ਉਹ ਸਾਰੀ ਪਬਲਿਕ ਕਰ ਦਿਓ। ਉਹ ਵੀ ਨਹੀਂ ਕਰਦੇ, ਪਰ ਕਹਿਣ ਨੂੰ ਹੋਰ ਕੁਛ ਨਹੀਂ, ਕਿਉਂਕਿ ਹਰ ਗੱਲ 'ਤੇ ਮਾਰ ਖਾ ਚੁੱਕੇ ਨੇ। ਉਹ ਤਾਂ ਇੱਥੇ ਤੱਕ ਵੀ ਕਹਿੰਦੇ ਸੁਣੇ ਗਏ ਨੇ ਵੀ ਸਾਨੂੰ ਤਾਂ ਲੱਗਦਾ ਸੀ ਕਿਸਾਨਾਂ ਦੇ ਲੀਡਰ ਤਾਂ ਐਵੇਂ ਹੁੰਦੇ ਆ, ਅਤੇ ਇਹ ਤਾਂ ਸਾਡੇ ਵੀ ਗੁਰੂ ਨਿਕਲੇ। ਉਹ ਇੱਦਾਂ ਦੀ ਇਸ ਤਰ੍ਹਾਂ ਦੀ ਸਥਿਤੀ 'ਚ ਸਰਕਾਰ 'ਤੇ ਵਿਸ਼ਵਾਸ ਕਰਨਾ ਬਹੁਤ ਔਖਾ ਕੰਮ ਹੈ। ਅਤੇ ਸਮਝੌਤਾ ਨੇੜੇ ਮੁੜ ਕੇ ਫਿਰ ਨਵੀਂ ਟੀਮ ਗਠਿਤ ਕਰ ਦਿੰਦੇ ਨੇ। ਤੋ ਦੇਖੋ, ਅਕਾਲ ਪੁਰਖ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਬਈ ਜਦੋਂ ਵੀ ਇਹ ਵੱਡਾ ਸਾਡੇ 'ਤੇ ਪਹਾੜ ਸੁੱਟਦੇ ਹੈ, ਅਤੇ ਸਾਨੂੰ ਵੀ ਨਹੀਂ ਪਤਾ ਲੱਗਦਾ ਕਿਹੜੇ ਪਾਸਿਓਂ ਅਕਾਲ ਪੁਰਖ ਆ ਕੇ ਅੰਦੋਲਨ ਨੂੰ ਬਚਾ ਲੈਂਦਾ ਹੈ। ਅਤੇ ਉਹੀ, ਕਿਉਂਕਿ ਕਿਸਾਨ ਜਿਹੜਾ ਨਾ, ਮੈਂ ਇੱਕ ਮੰਨ ਕੇ ਚੱਲਦਾ, ਇਹ ਇੱਕ ਕਮਿਊਨਿਟੀ ਐਸੀ ਹੈ ਜਿਹਦੇ ਕਿੱਤੇ 'ਚ ਕਿਤੇ ਬੇਈਮਾਨੀ ਹੈ ਨਹੀਂ। ਜੇ ਤੁਸੀਂ ਆਪਣੀ ਵੱਟ ਥੋੜ੍ਹੀ ਜਿਹੀ ਗੁਆਂਢੀ ਦੀ ਵੱਟ ਖੇਤ ਵੱਲ ਨੂੰ ਚੱਕ ਦਿਓ ਨਾ, ਉੱਥੇ ਲੜਾਈ ਹੋ ਪੈਂਦੀ ਹੈ, ਗੰਡਾਸੇ ਚੱਲ ਜਾਂਦੇ ਨੇ, ਅਤੇ ਉਹਨੂੰ ਆਪਣੇ ਖੇਤ ਵਿੱਚੋਂ ਹੀ ਪੈਦਾ ਕੀਤੀ ਹੋਈ ਫਸਲ ਉਹਨੂੰ ਮਿਲਣੀ ਹੈ, ਕਿਸੇ ਦੀ ਨਹੀਂ ਵੱਢ ਸਕਦਾ ਉਹ। ਇਸ ਕਰਕੇ ਇਹ ਇਮਾਨਦਾਰੀ ਦਾ ਕਿੱਤਾ ਹੈ। ਸ਼ਾਇਦ ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਦਾ ਇਹ ਕਿੱਤਾ ਜਿਹੜਾ, ਇਹਨੂੰ ਬਚਾਉਣ ਵਾਸਤੇ ਉਹਨੇ ਆਪਣਾ ਹੱਥ ਰੱਖਿਆ ਹੋਇਆ। ਬਿਲਕੁਲ, ਤੁਸੀਂ ਕਹਿ ਰਹੇ ਹੋ ਕਿ ਐਡਾ ਇਮਾਨਦਾਰੀ ਦਾ ਕਿੱਤਾ ਹੈ। ਦੂਜੇ ਪਾਸੇ ਸਰਕਾਰ ਇਸ ਕਿੱਤੇ ਬਾਰੇ ਕਹਿੰਦੀ ਹੈ ਕਿ ਜੀ ਅਸੀਂ ਤਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਰਹੇ ਹਾਂ, ਬਹੁਤ ਸਾਰੀਆਂ ਸਹੂਲਤਾਂ ਦੇ ਰਹੇ ਹਾਂ, ਕੰਸੈਸ਼ਨ ਦੇ ਰਹੇ ਹਾਂ। ਕਿਸਾਨ ਇਹਨਾਂ ਗੱਲਾਂ ਨੂੰ ਜਾਣਬੁੱਝ ਕੇ ਇਗਨੋਰ ਕਰ ਰਿਹਾ। ਤੁਹਾਨੂੰ ਲੱਗਦਾ ਜੇ ਨੀਤੀਆਂ ਚੱਲਦੀਆਂ ਰਹੀਆਂ ਤਾਂ ਕਿਸਾਨ ਬਹੁਤ ਖੁਸ਼ਹਾਲ ਹੋ ਜਾਣਗੇ, ਜਿਵੇਂ ਮੋਦੀ, ਉਹਨਾਂ ਦੀ ਸਰਕਾਰ, ਉਹਨਾਂ ਦੇ ਨੁਮਾਇੰਦੇ ਬਾਰ-ਬਾਰ ਇਹ ਗੱਲਾਂ ਤੁਹਾਡੇ 'ਤੇ ਕਰਦੇ ਆ? ਦੇਖੋ, ਇਸ ਸਰਕਾਰ ਦਾ ਮੈਂ ਪਹਿਲਾਂ ਹੀ ਕਿਹਾ ਵੀ ਝੂਠ ਤੋਂ ਸਿਵਾ ਕੋਈ ਇਹਨਾਂ ਦੇ ਪੱਲੇ ਕੱਖ ਨਹੀਂ। ਸਵੇਰ ਤੇ ਸ਼ਾਮ ਤਾਈਂ ਇੰਨਾ ਝੂਠ ਬੋਲਦੇ ਆ, ਗੱਪਾਂ ਬੜੀਆਂ, ਬੜੇ ਪਹਾੜ ਜਿਹੜੇ ਨੇ ਢਾਹ ਦਿੰਦੇ ਨੇ ਗੱਪਾਂ ਮਾਰ ਕੇ। ਅਤੇ ਅਸਲੀਅਤ ਇਹ ਹੈ ਵੀ ਜਦੋਂ ਤੋਂ ਇਹ ਆਏ ਆ, ਉਦੋਂ ਤੋਂ ਖੇਤੀ ਦਾ ਕਿੱਤਾ ਦਿਨ ਬ ਦਿਨ
ਇੱਕ ਡੂੰਘੇ ਸੰਕਟ ਵਿੱਚ ਫਸਦਾ ਜਾ ਰਿਹਾ ਹੈ ਔਰ ਕਾਸਟ ਕਲਟੀਵੇਸ਼ਨ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ। ਕਿਸਾਨ ਦੇ ਸਿਰ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ। ਪਾਲਿਸੀ ਸਾਰੀਆਂ ਇਹੋ ਜਿਹੀਆਂ ਕਾਰਪੋਰੇਟਸ ਵੱਲ ਨੂੰ ਜਾ ਰਹੀਆਂ, ਸਾਰਾ ਖੇਤੀ ਦੇ ਧੰਦੇ ਨੂੰ ਕਾਰਪੋਰੇਟਾਈਜੇਸ਼ਨ ਵਾਲੇ ਪਾਸੇ ਨੂੰ ਲਿਜਾ ਰਹੇ ਨੇ। ਇਨਫੈਕਟ ਅੱਜ ਜੇ ਮੇਰੇ ਕੋਲੋਂ ਸਹੀ ਪੁੱਛੋ, ਇਹ ਅੰਦੋਲਨ ਸਿਰਫ ਭਾਰਤ ਦਾ ਅੰਦੋਲਨ ਨਹੀਂ ਰਹਿ ਗਿਆ, ਇਹ ਦੁਨੀਆ ਭਰ ਦੇ ਲੋਕਾਂ ਲਈ ਕਾਰਪੋਰੇਟ ਵਰਸਿਸ ਆਮ ਆਦਮੀ ਅੰਦੋਲਨ ਹੋ ਗਿਆ। ਲੋਕਾਂ ਨੂੰ ਸਮਝ ਪੈ ਗਈ ਵੀ ਇਹ ਕੇਵਲ ਕਿਸਾਨ ਦਾ ਅੰਦੋਲਨ ਨਹੀਂ ਹੈ, ਇਹਨੇ ਪ੍ਰਭਾਵਿਤ ਸਾਰੇ ਸਮਾਜ ਨੂੰ ਕਰਨਾ, ਸਾਰੀ ਦੁਨੀਆ ਨੂੰ ਕਰਨਾ। ਔਰ ਦੁਨੀਆ ਦੇ ਬੜੇ ਬੜੇ ਨੋਬਲ ਪ੍ਰਾਈਜ਼ ਜਿਨ੍ਹਾਂ ਲੋਕਾਂ ਨੂੰ ਮਿਲਿਆ, ਐਕਸਪਰਟਸ, ਉਹ ਇਹ ਕਹਿਣ ਲੱਗ ਪਏ ਵੀ ਇਹ ਅੰਦੋਲਨ ਇੱਕ ਅੰਬਰੇਲਾ ਹੈ ਜਿਹਨੇ ਸਾਰੇ ਸਮਾਜ ਨੂੰ ਬਚਾਇਆ ਹੋਇਆ ਹੈ। ਅਤੇ ਜੇ ਇਹ ਅੰਦੋਲਨ ਨਾ ਹੁੰਦਾ ਤਾਂ ਜਿਸ ਤਰ੍ਹਾਂ ਮੋਦੀ ਹਰ ਰੋਜ਼ ਇੱਕ ਅਦਾਰਾ ਵੇਚੀ ਜਾਂਦਾ ਹੈ, ਸਾਰਾ ਕਾਰਪੋਰੇਟਸ ਦੇ ਹਵਾਲੇ ਕਰੀ ਜਾ ਰਿਹਾ, ਦੇਸ਼ ਦੇ ਉਹ ਅਸਾਸੇ ਜਿਹੜੇ ਦੇਸ਼ ਦੇ ਬਹੁਤ ਹੀ ਮਹਿੰਗੇ ਭਾਅ ਦੇਸ਼ ਨੇ ਖੜ੍ਹੇ ਕੀਤੇ, ਉਹ ਸਾਰੇ ਅੰਬਾਨੀਆਂ ਅਡਾਨੀਆਂ ਨੂੰ ਵੇਚੇ ਜਾ ਰਹੇ ਨੇ। ਇਹ ਤਾਂ ਅੱਜ ਨੂੰ ਸਾਰਾ ਕੁਝ ਵੇਚ ਦੇਣਾ ਸੀ। ਔਰ ਇੱਕ ਇਹ ਵੀ ਬੜੀ ਸਪਸ਼ਟ ਗੱਲ ਹੈ ਵੀ ਇਹ ਜਿਹੜਾ ਕਾਰਪੋਰੇਟ ਮਾਡਲ ਹੈ ਖੇਤੀ ਦਾ, ਡਿਵੈਲਪ ਕੰਟਰੀਜ਼ 'ਚ ਫੇਲ ਹੋ ਚੁੱਕਾ। ਉੱਥੇ ਲੋਕ ਦੁਹਾਈ ਪਾਉਂਦੇ ਨੇ, ਉੱਥੇ 90-95% ਜ਼ਮੀਨ ਜਿਹੜੀ ਆ ਅਮਰੀਕਾ ਵਰਗੇ ਦੇਸ਼ ਵਿੱਚ ਕਾਰਪੋਰੇਟ ਹਾਊਸਿਸ ਨੇ ਖਰੀਦ ਲਈ। ਉਹ ਚਾਹੁੰਦੇ ਨੇ ਵੀ ਜੋ ਐਗਰੀਕਲਚਰ ਪ੍ਰੋਡਿਊਸ ਹੈ ਤੇ ਬਿਨਾਂ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ, ਉਹਨੇ ਖਾਣੀ ਹੈ। ਤਾਂ ਉਹਦੇ ਜੇ ਉਹ ਸਾਡੇ ਕਬਜ਼ੇ 'ਚ ਆ ਜਾਏਗੀ ਤਾਂ ਅਸੀਂ ਇਹਦੇ 'ਚ ਚੰਗਾ ਮਾਲ ਬਣਾ ਸਕਾਂਗੇ, ਸਾਡੇ ਭਾਅ ਵਿਕੂਗੀ, ਸਾਡਾ ਜਦੋਂ ਕਬਜ਼ਾ ਹੋਏਗਾ ਅਤੇ ਸਰਨਾ ਉਹਦਾ ਹੈ ਨਹੀਂ, ਜੋ ਪੈਸੇ ਮੰਗਾਂਗੇ ਸਾਨੂੰ ਮਿਲਣਗੇ। ਤਾਂ ਇਸ ਕਰਕੇ ਇਹ ਜਿਹੜਾ ਅੰਦੋਲਨ ਹੈ, ਕਾਰਪੋਰੇਟ ਮਾਡਲ ਜਿਹੜਾ ਦੁਨੀਆ ਨੂੰ ਲੁੱਟਣ ਦਾ ਮਾਡਲ ਹੈ, ਉਹ ਫੇਲ ਸਾਬਤ ਹੋਇਆ। ਇੱਥੇ ਭਾਰਤ ਵਿੱਚ ਇਹ ਲਾਗੂ ਕਰਨਾ ਚਾਹੁੰਦੇ ਸੀ, ਅਸੀਂ ਇਹਦੇ ਮੂਹਰੇ ਇੱਕ ਧਿਰ ਬਣ ਕੇ ਖੜ੍ਹੇ ਹੋ ਗਏ ਔਰ ਸਾਡਾ ਸਾਰੀ ਦੁਨੀਆ ਵਿੱਚ ਬੈਠੇ ਜਿਹੜੇ ਭਾਰਤ ਵਾਸੀ ਨੇ, ਖਾਸ ਤੌਰ 'ਤੇ ਪੰਜਾਬੀ ਨੇ, ਉਹਨਾਂ ਨੇ ਸਾਥ ਦਿੱਤਾ। ਇਹ ਇੱਕ ਕੰਧ ਹੈ ਜਿਹੜੀ ਅਕਾਲ ਪੁਰਖ ਨੇ ਖੜ੍ਹੀ ਕਰ ਦਿੱਤੀ ਮੋਦੀ ਸਰਕਾਰ ਦੇ ਅੱਗੇ। ਇਹ ਕੰਧ ਪਾਰ ਕਰਨੀ ਹੁਣ ਉਹਨਾਂ ਨੂੰ ਔਖੀ ਹੋਈ ਹੈ। ਜੋ ਮਰਜ਼ੀ ਝੂਠ ਬੋਲੀ ਜਾਣ, ਜਿੰਨਾ ਮਰਜ਼ੀ ਲੰਬਾ ਲੈ ਜਾਣ, ਜਦੋਂ ਤੱਕ ਸਾਨੂੰ ਇਸੇ ਤਰ੍ਹਾਂ ਸਾਥ ਮਿਲਦਾ ਰਹੂ, ਇਹ ਅੰਦੋਲਨ ਚੱਲਦਾ ਰਹੂ, ਇਹ ਦੁਨੀਆ ਨੂੰ ਕੁਛ ਦੇ ਕੇ ਜਾਏਗਾ। ਜੀ, ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਗੱਲ ਹੁੰਦੀ ਹੈ ਅਤੇ ਘੱਟੋ ਘੱਟ ਸਹਾਇਕ ਕੀਮਤ ਦੀ ਗੱਲ ਹੁੰਦੀ ਹੈ। ਉਹਦੇ 'ਤੇ ਲਗਾਤਾਰ ਸੰਯੁਕਤ ਕਿਸਾਨ ਮੋਰਚਾ ਪਹਿਰਾ ਦੇਗਾ। ਕੋਈ ਕਿੰਤੂ ਪਰੰਤੂ ਤਾਂ ਨਹੀਂ ਹੋ ਸਕਦਾ, ਕਿਉਂਕਿ ਬਾਰ-ਬਾਰ ਸਰਕਾਰ ਇੱਦਾਂ ਦੇ ਭਰਮ ਭੁਲੇਖੇ ਸਵਾਲ ਪੈਦਾ ਕਰਦੀ ਹੈ ਕਿ ਨਹੀਂ ਜੀ ਅਸੀਂ ਤਬਦੀਲੀ ਕਰਨ ਲਈ ਤਿਆਰ ਹਾਂ, ਤਬਦੀਲੀ ਕਰਨ ਲਈ ਤਿਆਰ ਹਾਂ। ਕੋਈ ਤਬਦੀਲੀ ਦੇ ਉੱਤੇ ਸਹਿਮਤੀ ਬਣ ਸਕਦੀ ਹੈ? ਨਹੀਂ, ਤਬਦੀਲੀ ਦੇ ਉੱਤੇ ਜਿਸ ਤਰ੍ਹਾਂ ਉਹ ਕਹਿੰਦੇ ਨੇ ਤਬਦੀਲੀ, ਉਹਦੇ ਉੱਤੇ ਸਹਿਮਤੀ ਕਈ ਲੋਕ ਕਹਿੰਦੇ ਨੇ ਕਰ ਲਓ, ਪਰ ਬੁਨਿਆਦੀ ਗੱਲ ਹੈ ਇੱਕ ਜਿਹਦੇ ਕਰਕੇ ਅਸੀਂ ਉਹ ਤਬਦੀਲੀ, ਉਹਨਾਂ ਦੀ ਅਮੈਂਡਮੈਂਟਸ ਨਹੀਂ ਮੰਨਦੇ। ਬੁਨਿਆਦੀ ਗੱਲ ਇਹ ਹੈ ਵੀ ਕੇਂਦਰ ਸਰਕਾਰ ਦਾ ਇਹਦੇ 'ਚ ਦਖਲ ਦੇਣਾ ਹੀ ਗੈਰ ਸੰਵਿਧਾਨਕ ਹੈ। ਖੇਤੀ ਜਿਹੜਾ ਉਹ ਸਟੇਟ ਸਬਜੈਕਟ ਹੈ। ਖੇਤੀ ਦੀ ਪ੍ਰੋਡਿਊਸ ਦੀ ਮਾਰਕੀਟਿੰਗ ਕਰਨਾ ਉਹ ਵੀ ਸਟੇਟ ਸਬਜੈਕਟ ਹੈ। ਭਾਰਤ ਸਰਕਾਰ ਦਾ ਕੋਈ ਅਧਿਕਾਰ ਨਹੀਂ ਇਸ ਖੇਤਰ ਵਿੱਚ ਦਖਲ ਦੇ ਕੇ ਕਾਨੂੰਨ ਬਣਾਉਣ ਦਾ। ਉਹਨਾਂ ਨੇ ਵਪਾਰ ਵਾਸਤੇ ਕਾਨੂੰਨ ਬਣਾਏ ਆ। ਕਿਸਾਨ ਵਪਾਰ ਕਰਨ ਨਹੀਂ ਜਾਂਦਾ ਖੇਤ 'ਚ, ਮੰਡੀ 'ਚ, ਉਹ ਆਪਣੀ ਫਸਲ ਵੇਚਣ ਜਾਂਦਾ, ਮਾਰਕੀਟਿੰਗ ਕਰਨ ਜਾਂਦਾ। ਮਾਰਕੀਟਿੰਗ ਸਟੇਟ ਸਬਜੈਕਟ ਹੈ। ਤਾਂ ਇਹਨਾਂ ਨੇ ਜਿਹੜਾ ਕਾਨੂੰਨ ਬਣਾਇਆ ਹੈ ਕੰਕਰੈਂਟ ਲਿਸਟ ਵਿੱਚੋਂ 33 ਨੰਬਰ ਆਈਟਮ ਲੈ ਕੇ, ਉਹਦੇ 'ਚ ਫੂਡ ਸਟੱਫ ਦੇ ਉੱਤੇ ਬਣਾਇਆ ਵਪਾਰ ਕਰਨ ਲਈ। ਅਸੀਂ ਫੂਡ ਸਟੱਫ ਤਾਂ ਪੈਦਾ ਹੀ ਨਹੀਂ ਕਰਦੇ, ਅਸੀਂ ਤਾਂ ਫੂਡ ਗ੍ਰੇਨ ਪੈਦਾ ਕਰਦੇ ਹਾਂ। ਅਸੀਂ ਝੋਨਾ ਪੈਦਾ ਕਰਦੇ ਹਾਂ, ਚੌਲ ਬਾਅਦ 'ਚ ਪ੍ਰੋਸੈਸਿੰਗ ਕਰਕੇ ਨਿਕਲਦਾ। ਅਸੀਂ ਕਣਕ ਪੈਦਾ ਕਰਦੇ ਹਾਂ, ਡਬਲ ਰੋਟੀ ਬਾਅਦ 'ਚ ਬਣਦੀ ਹੈ, ਆਟਾ ਬਾਅਦ 'ਚ ਬਣਦਾ। ਤਾਂ ਇਹ ਫੂਡ ਸਟੱਫ ਨਹੀਂ ਹੈ, ਫੂਡ ਗ੍ਰੇਨ ਹੈ। ਇੱਥੇ ਵੀ ਸਰਕਾਰ ਨੇ ਗਲਤ ਕੀਤਾ। ਔਰ ਟ੍ਰੇਡ ਜਿਹੜਾ ਇਹ ਠੀਕ ਹੈ, ਸੈਂਟਰਲ ਸਬਜੈਕਟ ਹੈ। ਇਹਦੀ ਮਾਰਕੀਟਿੰਗ ਵਿੱਚ ਟ੍ਰੇਡ ਨੂੰ ਲਿਆਉਣਾ ਇਹ ਸਰਾਸਰ ਗੈਰ ਸੰਵਿਧਾਨਕ ਹੈ। ਮਿਹਰਬਾਨੀ। ਹੁਣ ਲੈਂਦੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸਾਹਿਬ ਬਲਵੀਰ ਸਿੰਘ ਰਾਜੇਵਾਲ, ਸੰਯੁਕਤ ਕਿਸਾਨ ਮੋਰਚੇ ਦੇ ਸਿਰਮੌਰ ਨੇਤਾ, ਜਿਹੜੇ ਐਡੇ ਵੱਡੇ ਅੰਦੋਲਨ ਦੀ ਕਰ ਰਹੇ ਅਗਵਾਈ, ਸਾਡੇ ਨਾਲ ਜੁੜੇ ਹੋਏ ਹੈ। ਬ੍ਰੇਕ ਤੋਂ ਬਾਅਦ ਹੋਰ ਅਹਿਮ ਸਵਾਲ ਹੈ, ਕਰਾਂਗੇ ਉਹਨਾਂ ਮੁੱਦਿਆਂ 'ਤੇ ਗੱਲ ਨਿੱਕੀ ਜਿਹੀ ਬ੍ਰੇਕ ਦੇ ਬਾਅਦ। ਆਮਣੋ ਸਾਹਮਣੇ ਪ੍ਰੋਗਰਾਮ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਸਾਡੇ ਨਾਲ ਹਨ ਸਿਰਮੌਰ ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ ਜੀ। ਜਿਸ ਮੁੱਦੇ 'ਤੇ ਆਪਾਂ ਗੱਲ ਕਰਦੇ ਹਾਂ, ਇੱਕ ਹੋਰ ਵੱਡਾ ਸਵਾਲ ਹੈ, ਉਹ ਹੈ ਰਾਜਸੀ ਧਿਰਾਂ ਦੇ ਜਿਹੜਾ ਇਸ ਵੇਲੇ ਮੰਥਨ ਦਾ ਕਾਰਨ ਬਣਿਆ ਹੋਇਆ। ਪੰਜਾਬ ਸਮੇਤ ਕਈ ਸੂਬਿਆਂ 'ਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ। ਆਪਾਂ ਦੂਜਿਆਂ ਬਾਰੇ ਤਾਂ ਚਲੋ ਗੱਲ ਕਰਾਂਗੇ, ਮੈਂ ਉਚੇਚੇ ਤੌਰ 'ਤੇ ਪੰਜਾਬ ਬਾਰੇ, ਕਿਉਂਕਿ ਪੰਜਾਬ ਇਸ ਅੰਦੋਲਨ ਦੀ ਜਨਮ ਭੂਮੀ ਹੈ। ਹੋਰ ਮਹੀਨੇ ਡੇਢ ਮਹੀਨੇ ਤੱਕ ਪੰਜਾਬ 'ਚ ਚੋਣ ਜਾਬਤਾ ਲੱਗਣ ਦੀ ਸੰਭਾਵਨਾ ਹੈ। ਰਾਜਸੀ ਪਾਰਟੀਆਂ ਮੈਦਾਨ 'ਚ ਕੁੱਦਣਗੀਆਂ। ਕੀ ਲੱਗਦਾ ਹੈ ਕਿ ਜਿਹੜੇ ਕਿਸਾਨ ਜਥੇਬੰਦੀਆਂ ਹੈਗੀਆਂ, ਜਦ ਤੱਕ ਉਹ ਰਾਜਸੀ ਧਿਰ 'ਤੇ ਹਿੱਸੇ ਵਾਲੀ ਨਹੀਂ ਕਰਨਗੀਆਂ ਜਾਂ ਫੈਸਲਾ ਕੁਨ ਰੋਲ ਨਹੀਂ ਨਿਭਾਉਣਗੀਆਂ, ਕੀ ਇੱਦਾਂ ਹੀ ਕੱਲ੍ਹ ਨੂੰ ਕੋਈ ਹੋਰ ਸਰਕਾਰ ਆ ਜਾਂਦੀ ਹੈ? ਕੈਪਟਨ ਅਮਰਿੰਦਰ ਦੀ ਸਰਕਾਰ ਦਾ ਤਜਰਬਾ ਹੈ,
ਉਹਨੇ ਕਿਸਾਨਾਂ ਦੇ ਨਾਲ ਬੜਾ ਭਰੋਸਾ ਕੀਤਾ, ਲੜਾਈ ਲੜੀ, ਆਪ ਵੀ ਪਾਸੇ ਹੋ ਗਿਆ। ਕੀ ਕੱਲ੍ਹ ਨੂੰ ਵੀ ਇਹੋ ਜਿਹਾ ਰਿਸਕ ਕਿਸਾਨ ਜਥੇਬੰਦੀਆਂ ਲੈਣਗੀਆਂ ਜਾਂ ਜਿਹੜੀ ਆ ਰਹੀਆਂ ਚੋਣਾਂ ਉਹਦੇ 'ਚ ਕੋਈ ਅਹਿਮ ਭੂਮਿਕਾ ਨਿਭਾਉਣਗੀਆਂ? ਸਿੱਧੂ ਸਾਹਿਬ ਦੇਖੋ, ਇਹ ਬਹੁਤ ਵੱਡਾ ਵਿਸ਼ਾ ਤੁਸੀਂ ਛੋਹਿਆ ਹੈ। ਜੇ ਮੈਂ ਇਹ ਕਹਾਂ ਵੀ ਅੱਜ ਤੱਕ ਪੰਜਾਬ ਵਿੱਚ ਲੋਕਾਂ ਦੀ ਸਰਕਾਰ ਕੋਈ ਆਈ ਹੋਈ ਨਹੀਂ। ਜਿਹੜੀਆਂ ਸਰਕਾਰਾਂ ਆਈਆਂ ਉਹ ਵਪਾਰੀਆਂ ਦੀਆਂ ਸਰਕਾਰਾਂ ਸੀ। ਵਪਾਰੀ ਮਤਲਬ ਪੋਲੀਟੀਕਲ ਵਪਾਰੀਆਂ ਦੀਆਂ ਜੀ। ਉਹ ਆਪਣਾ ਮਾਲ ਬਣਾਉਣ ਲਈ ਆਈਆਂ ਅਤੇ ਲੋਕਾਂ ਦਾ ਕਹਿਣ ਨੂੰ ਲੋਕਾਂ ਦੀ ਸੇਵਾ ਹੁੰਦੀ ਸੀ। ਸੇਵਾ ਸੂਵਾ ਕਿਸੇ ਨੇ ਨਹੀਂ ਕੀਤੀ। ਦੇਸ਼ ਦੇ ਪੰਜਾਬ ਦੇ ਰਿਸੋਰਸਿਸ ਨੂੰ ਲੁੱਟ ਕੇ ਖਾ ਗਏ। ਅੱਜ ਨਤੀਜਾ ਇਹ ਵੀ ਪੰਜਾਬ 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਾਈ ਹੈ, ਕਿਉਂਕਿ ਪੋਲੀਟੀਕਲ ਲੀਡਰਸ਼ਿਪ ਲੋਕਾਂ ਵਾਸਤੇ ਨਹੀਂ ਸੀ ਆਈ, ਕਹਿਣ ਨੂੰ ਲੋਕਾਂ ਦਾ ਨਾਂ ਲੈਂਦੀ ਸੀ। ਉਹਨਾਂ ਨੇ ਆ ਕੇ ਆਪਣਾ ਜਿਹੜਾ ਮਾਲ ਬਣਾਉਣ ਦਾ ਕਾਰੋਬਾਰ ਹੈ ਉਹਨੂੰ ਹਮੇਸ਼ਾ ਤਰਜੀਹ ਦਿੱਤੀ। ਸਾਰੇ ਜਿੰਨੇ ਕੁਦਰਤ ਨੇ ਸਾਨੂੰ ਰਿਸੋਰਸਿਸ ਦਿੱਤੇ, ਰੇਤਾ ਸਾਡਾ ਦੱਸੋ ਕੀ ਲਾਗਤ ਹੈ, ਉਹ ਤਾਂ ਕੁਦਰਤ ਨੇ ਬਖਸ਼ਿਆ, ਉਹਦੇ 'ਚ ਪੈਸੇ ਬਣਾਈ ਜਾਂਦੇ ਨੇ। ਸ਼ਰਾਬ ਦੇ ਖੇਤਰ ਵਿੱਚ ਪੈਸੇ ਬਣਾਈ ਜਾਂਦੇ ਨੇ, ਟਰਾਂਸਪੋਰਟ ਦੇ ਖੇਤਰ 'ਚ ਪੈਸੇ ਬਣਾਈ ਜਾਂਦੇ ਨੇ। ਔਰ ਐਡਮਿਨਿਸਟ੍ਰੇਸ਼ਨ 'ਚ ਤੁਸੀਂ ਕਿਸੇ ਥਾਣੇ ਇਨਸਾਫ ਲੈਣ ਲਈ ਕਿਤੇ ਦਰਖਾਸਤ ਦੇਣ ਜਾਂਦੇ ਹੋ, ਥਾਣੇ ਮੁੱਲ ਵਿਕਣ ਲੱਗ ਪਏ। ਲੋਕਾਂ ਨੂੰ ਕੋਈ ਰਾਹ ਨਹੀਂ ਲੱਭਦਾ, ਇਨਸਾਫ ਕਿਧਰੇ ਨਹੀਂ। ਹਰ ਪਾਸੇ ਜਾਓ ਪੈਸੇ ਹੀ ਪੈਸਾ, ਪੈਸੇ ਹੀ ਪੈਸਾ, ਰਿਸ਼ਵਤਾਂ ਦੇਈ ਜਾਓ, ਉਹਨਾਂ ਦੇ ਘਰ ਭਰੀ ਜਾਓ, ਇਦੋਂ ਵੱਧ ਕੁਛ ਨਹੀਂ। ਤੋ ਇਹੋ ਜਿਹੇ ਮੌਕੇ ਸਮਾਂ ਆ ਗਿਆ ਵੀ ਅਸੀਂ ਪੋਲੀਟੀਕਲ ਪਾਰਟੀਆਂ ਨੂੰ ਪੁੱਛੀਏ ਵੀ ਤੁਹਾਡਾ ਭਵਿੱਖ ਲਈ ਵਿਜ਼ਨ ਕੀ ਹੈ, ਤੁਸੀਂ ਪੰਜਾਬ ਦਾ ਕੀ ਕਰੋਗੇ, ਪੋਲੀਟੀਕਲੀ ਕੀ ਕਰੋਗੇ, ਇਕਨੋਮਿਕਲੀ ਕੀ ਕਰੋਗੇ, ਇੰਡਸਟਰੀ 'ਚ ਕੀ ਕਰੋਗੇ, ਐਮਪਲੋਇਮੈਂਟ 'ਤੇ ਕੀ ਕਰੋਗੇ। ਇਹ ਸਵਾਲ ਪੁੱਛਣੇ ਬਣਦੇ ਹੈ। ਔਰ ਉਹਦਾ ਕਿਵੇਂ ਤੁਸੀਂ ਉਹਨੂੰ ਲਾਗੂ ਕਰੋਗੇ। ਇੱਕ ਬਲੂ ਪ੍ਰਿੰਟ ਦੇ ਦੇਣਾ ਬੜੇ ਲੁਭਾਉਣੇ ਸ਼ਬਦਾਂ ਦੇ ਨਾਲ ਉਹੀ ਕਾਫੀ ਨਹੀਂ, ਉਹਨੂੰ ਇੰਪਲੀਮੈਂਟ ਕਿਵੇਂ ਕਰੋਗੇ। ਔਰ ਉਹਦਾ ਤੁਹਾਡੇ ਕੋਲ ਪਲਾਨ ਕੀ ਹੈ, ਪਹਿਲੇ 6 ਮਹੀਨੇ 'ਚ ਕੀ ਕਰੋਗੇ, ਅਗਲੇ 6 ਮਹੀਨੇ 'ਚ ਕੀ ਕਰੋਗੇ, ਉਹਦੇ ਅਗਲੇ 6 ਮਹੀਨੇ 'ਚ। ਤੁਸੀਂ 5 ਸਾਲ ਵਾਸਤੇ ਸਾਥੇ ਰਾਜ ਭਾਗ ਮੰਗਦੇ ਹੋ। ਰਾਜ ਭਾਗ ਇਹ ਪੁਰਾਣੇ ਰਜਵਾੜਾ ਸ਼ਾਹੀ ਦਾ ਰਾਜ ਨਹੀਂ, ਲੋਕਾਂ ਦਾ ਰਾਜ ਹੈ। ਜੇ ਲੋਕਾਂ ਦਾ ਰਾਜ ਹੈ ਤਾਂ ਲੋਕਾਂ ਵਾਸਤੇ ਕੀ ਕਰੋਗੇ, ਇਹ ਸਵਾਲ ਕਰਨੇ ਬਣਦੇ ਆ। ਜੀ। ਰਾਜੇਵਾਲ ਸਾਹਿਬ, ਤਜਰਬਾ ਕਿਸਾਨ ਨੇਤਾ ਦੇ ਤੌਰ 'ਤੇ ਤੁਹਾਡਾ ਹੀ ਬੜਾ, ਬੀਇੰਗ ਏ ਜਰਨਲਿਸਟ ਪੰਜਾਬ ਨੂੰ ਮੈਂ ਵੀ ਬਹੁਤ ਨਜ਼ਦੀਕ ਤੋਂ ਦੇਖਿਆ, ਮੇਰਾ ਵੀ ਡਿਕੇਡ ਦਾ ਤਜਰਬਾ ਹੈ। ਪੰਜਾਬੀਆਂ ਦਾ ਮੈਂ ਸਮਝਦਾ ਕਿ ਕੋਈ ਕਸੂਰ ਨਹੀਂ, ਤੁਸੀਂ ਸਹਿਮਤ ਹੋਵੋਗੇ। ਜਿਹੜੀ ਲੀਡਰਸ਼ਿਪ ਦੇਖੋ, ਲਹਿਰਾਂ ਪੰਜਾਬ 'ਚ, ਮੈਂ ਕਹਿੰਦਾ ਹੁੰਦਾ ਕਿ ਪੰਜਾਬ ਲਹਿਰਾਂ ਦੀ ਜਨਮ ਭੂਮੀ ਹੈ। ਗੁਰੂ ਸਾਹਿਬਾਨ ਦੇ ਸਮੇਂ ਤੋਂ ਜੇ ਆਪਾਂ ਜ਼ਿਕਰ ਕਰਨਾ ਸ਼ੁਰੂ ਕਰੀਏ, ਬਹੁਤ ਆਜ਼ਾਦੀ ਦੀ ਗੱਲ ਕਰ ਲਈਏ, ਉਦੋਂ ਬਾਅਦ ਦੀ ਗੱਲ ਕਰ ਲਈਏ, ਵੱਡੀਆਂ ਲਹਿਰਾਂ ਉੱਠੀਆਂ। ਜੇ ਕਿਤੇ ਬਟਰੇ ਹੋਇਆ ਬਾਅਦ ਤਾਂ ਲੀਡਰਸ਼ਿਪ ਵੱਲੋਂ ਬਟਰੇ ਹੋਇਆ। ਲੋਕਾਂ ਨੇ ਲਹਿਰ ਖੜੀ ਕੀਤੀ, ਜਿਹੜੀ ਲੀਡਰਸ਼ਿਪ ਆਈ ਜਾਂ ਤਾਂ ਲਹਿਰ ਨੂੰ ਵੇਚ ਕੇ ਖਾ ਗਈ ਜਾਂ ਉਹਨਾਂ ਨਾਲ ਧਰੋ ਕਰ ਗਈ। ਹਾਂ, ਬਿਲਕੁਲ ਦਰੁਸਤ ਹੈ, ਇਸ ਤਰ੍ਹਾਂ ਹੁੰਦਾ ਰਿਹਾ। ਪਰ ਮੈਂ ਇਹ ਨਹੀਂ ਕਹਿ ਸਕਦਾ ਵੀ ਹਮੇਸ਼ਾ ਇੱਦਾਂ ਹੁੰਦਾ ਰਿਹਾ। ਲੀਡਰਸ਼ਿਪ ਕੌਜ਼ ਨਾਲ ਸਿੰਸੀਅਰ ਵੀ ਹੁੰਦੀ ਹੈ। ਹਾਂ, ਉਹਦੀਆਂ ਲਿਮਿਟੇਸ਼ਨਸ ਵੀ ਹੁੰਦੀਆਂ। ਜਿਵੇਂ ਅਸੀਂ ਹੁਣ ਤੱਕ ਗੈਰ ਸਿਆਸੀ ਸੰਕਲਪ ਲੈ ਕੇ ਸਾਰੀ ਉਮਰ ਸੇਵਾ ਕੀਤੀ ਹੈ, ਰਾਜਨੀਤੀ 'ਚ ਆਏ ਨਹੀਂ। ਇਹ ਨਹੀਂ ਵੀ ਸਾਨੂੰ ਮੌਕੇ ਨਹੀਂ ਮਿਲੇ। ਹੁਣ ਅਨਪੜ੍ਹਤਾ ਹੈ ਜਾਂ ਅਣਜਾਣਪੁਣਾ ਹੈ। ਜੇ ਅੱਜ ਅਸੀਂ ਕੋਈ ਪੋਲੀਟੀਕਲ ਗੱਲ ਕਰਦੇ ਤਾਂ ਬਹੁਤ ਸਾਰੇ ਕਹਿਣਗੇ ਤੁਸੀਂ ਤਾਂ ਗੈਰ ਸਿਆਸੀ ਸੀ ਜੀ। ਔਰ ਖ਼ਾਸ ਤੌਰ 'ਤੇ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ, ਜਿਨ੍ਹਾਂ ਨੂੰ ਖਤਰਾ ਨਜ਼ਰ ਆਉਣ ਲੱਗ ਗਿਆ ਭਵਿੱਖ ਲਈ, ਉਹ ਇੱਦਾਂ ਦੇ ਸਵਾਲ ਜ਼ਿਆਦਾ ਉਹਨਾਂ ਨੂੰ ਉਕਸਾਉਂਦੇ ਨੇ ਲੋਕਾਂ ਨੂੰ ਕਰਨ ਲਈ ਵੀ ਇਹ ਕੀ ਕਰਦੇ ਹੋ। ਉਹਨਾਂ ਦਾ ਮਤਲਬ ਹੈ ਕਿ ਸਾਡੇ ਕੋਲੋਂ ਨਾ ਖੋਹ ਰਵੇ ਕੋਈ ਗੁਰਜ ਨੂੰ, ਇਹ ਮੰਗਤੇ ਹੀ ਰਹਿਣ। ਉਹ ਇਸ ਤਰ੍ਹਾਂ ਦੀ ਵੀ ਗੱਲਾਂ ਕਰਦੇ ਨੇ। ਪਰ ਹੁਣ ਸਮਾਂ ਦੋ ਤਰ੍ਹਾਂ ਦਾ ਇਸ ਵੇਲੇ ਹਾਲਾਤ ਨੇ। ਇੱਕ ਤਾਂ ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਵੀ ਇਹ ਮੋਰਚਾ ਜਿੱਤੇ, ਇੱਕ ਉਹਨਾਂ ਦੀ ਭਾਵਨਾ ਇਹ ਹੈ। ਦੂਜੀ ਭਾਵਨਾ ਉਹਨਾਂ ਦੀ ਇੱਛਾ ਇਹ ਹੈ ਵੀ ਇੱਥੇ ਗੰਦ ਬਹੁਤ ਪੈ ਗਿਆ, ਪੋਲੀਟੀਕਲ ਲੋਕਾਂ ਨੇ ਬਹੁਤ ਲੁੱਟ ਲਿਆ, ਅਤੇ ਜੇ ਇਹ ਮੋਰਚੇ ਵਾਲੇ ਕਿਤੇ ਆ ਜਾਣ ਅੱਗੇ ਤਾਂ ਇਹ ਗੰਦ ਕੱਢਣ ਵਿੱਚ ਸਹਾਈ ਹੋਣਗੇ। ਹੈ ਵੀ ਕਾਫੀ ਹੱਦ ਤੱਕ ਠੀਕ। ਸਾਰੀ ਜ਼ਿੰਦਗੀ ਲਾਉਣ ਵਾਲੇ ਲੋਕ ਨੇ ਇੱਥੇ ਅੰਦੋਲਨ ਦੇ ਵਿੱਚ, ਜਿਹੜੇ ਲੜਦੇ ਹੀ ਰਹੇ ਨੇ ਲੋਕਾਂ ਵਾਸਤੇ, ਜਿਨ੍ਹਾਂ ਨੇ ਆਪਣੇ ਘਰਾਂ ਦਾ ਵੀ ਨਹੀਂ ਪਰਵਾਹ ਕੀਤੀ ਪਰ ਲੋਕਾਂ ਲਈ ਲੜਾਈ ਲੜੀ। ਪਰ ਉਹਨਾਂ ਦੀਆਂ ਲਿਮਿਟੇਸ਼ਨਸ ਨੇ। ਪਤਾ ਨਹੀਂ ਵਕਤ ਕਿੱਧਰ ਨੂੰ ਲਿਜਾਏਗਾ। ਲੋਕ ਸੁਪਰੀਮ ਹੁੰਦੇ ਨੇ, ਲੋਕ ਕਿੱਧਰ ਨੂੰ ਲਿਜਾਣਗੇ ਉੱਧਰ ਨੂੰ ਲੀਡਰਸ਼ਿਪ ਨੂੰ ਜਾਣਾ ਪਏਗਾ। ਰਾਜੇਵਾਲ ਸਾਹਿਬ, ਲੋਕ ਜਿੱਧਰ ਨੂੰ ਲਿਜਾਣਗੇ ਜਾਣਾ ਪਏਗਾ। ਮੈਂ ਬਹੁਤ ਸਾਰੇ ਆਮ ਲੋਕਾਂ ਦੇ ਨਾਲ ਗੱਲਬਾਤ ਕਰਦਾ, ਪੋਲੀਟੀਕਲ ਲੋਕਾਂ ਨਾਲ ਵੀ ਗੱਲਬਾਤ ਹੁੰਦੀ ਰਹਿੰਦੀ ਹੈ। ਇੱਕ ਗੱਲ, ਜਿਹੜਾ ਸਵਾਲ ਬਹੁਤ ਵੱਡਾ ਉਹ ਹੈ ਕਿ ਜੋ ਕਿਸਾਨ ਅੰਦੋਲਨ ਚੱਲ ਰਿਹਾ, ਜਦੋਂ ਮੈਂ ਕਿਹਾ ਕਿ ਪੰਜਾਬ ਦੀ ਭੂਮੀ 'ਚੋਂ ਨਿਕਲਿਆ, ਜਨਮ ਭੂਮੀ 'ਚੋਂ ਨਿਕਲਿਆ ਅੰਦੋਲਨ ਹੈ, ਅਤੇ ਲੋਕਾਂ ਨੂੰ ਕਿਤੇ ਬੜੀ ਇਸ ਗੱਲ ਦੀ ਉਮੀਦ ਹੈ ਕਿ ਇਸ ਅੰਦੋਲਨ ਦਾ ਪੰਜਾਬ ਦੀ ਰਾਜਨੀਤੀ 'ਤੇ ਹਾਂ ਪੱਖੀ ਪ੍ਰਭਾਵ ਪਏਗਾ ਔਰ ਸਾਰੂ ਢੰਗ ਦੇ ਨਾਲ ਪੰਜਾਬ ਦੀ ਰਾਜਨੀਤੀ ਨੂੰ ਇੱਕ ਮੋੜਾ ਦਿੱਤਾ ਜਾਏਗਾ। ਸਵਾਲ ਲੀਡਰਸ਼ਿਪ ਦਾ ਨਹੀਂ, ਸਵਾਲ ਜਿਹੜੇ ਲੋਕਾਂ ਲਈ ਤੁਸੀਂ ਲੜ ਰਹੇ ਆ ਉਹਨਾਂ ਦੀ ਵੀ ਤਵੱਕੋਂ ਹੈ
ਕਿ ਪੰਜਾਬ ਜਿਸ ਸੰਕਟ 'ਚ ਇਸ ਵੇਲੇ ਫਸਿਆ ਹੋਇਆ, ਉਹ ਸੰਕਟ 'ਚੋਂ ਕੱਢਣ ਲਈ ਕਿਸਾਨੀ ਅੰਦੋਲਨ ਵੱਲ ਵੀ ਉਹ ਲਗਾਤਾਰ ਦੇਖ ਰਿਹਾ ਹੈ। ਜੇ ਤੁਸੀਂ 3 ਖੇਤੀ ਕਾਨੂੰਨ ਰੱਦ ਕਰਾਉਣ ਤੋਂ ਪਿੱਛੇ ਨਹੀਂ ਹਟ ਸਕਦੇ, ਲੋਕਾਂ ਦੀਆਂ ਭਾਵਨਾਵਾਂ ਤੋਂ ਕਿਵੇਂ ਪਿੱਛੇ ਹਟੋਗੇ ਜਿਹੜੇ ਕਹਿੰਦੇ ਕਿ ਪੰਜਾਬ 'ਚ ਤਬਦੀਲੀ ਆਉਣੀ ਚਾਹੀਦੀ ਹੈ? ਕਿਉਂ ਸਾਡੇ ਬੱਚੇ ਬਾਹਰ ਜਾਣ, ਕਿਉਂ ਸਾਡੇ ਬੱਚੇ ਨਸ਼ੇੜੀ ਹੋਣ, ਕਿਉਂ ਕਿਸਾਨ ਫਾਹਾ ਲੈਣ? ਇਹ ਵੀ ਤਾਂ ਵੱਡੇ ਸਵਾਲ ਹੈ। ਜਦ ਤੱਕ ਰਾਜਸੀ ਤਬਦੀਲੀ ਨਹੀਂ ਹੋਏਗੀ, 3 ਖੇਤੀ ਕਾਨੂੰਨ ਬਦਲਣ ਦੇ ਨਾਲ ਤੁਹਾਨੂੰ ਲੱਗਦਾ ਕਿ ਸਾਰਾ ਕੁਝ ਠੀਕ ਹੋ ਜਾਏਗਾ? ਨਹੀਂ, ਬਹੁਤ ਕੁਛ ਹੈ। 3 ਕਾਨੂੰਨਾਂ ਨਾਲ ਪੰਜਾਬ ਦੀ ਸਥਿਤੀ ਨਹੀਂ ਬਦਲਣੀ। ਇਹ ਤਾਂ ਇੱਕ ਵੱਡਾ ਕਿਲ੍ਹਾ ਹੈ ਜਿਹੜਾ ਤੋੜਨਾ ਜ਼ਰੂਰੀ ਹੈ, ਜਿਹਦੇ ਵਿੱਚ ਕਾਰਪੋਰੇਟ ਹਾਊਸਿਸ ਸੰਨ ਮਾਰੀ ਬੈਠੇ ਨੇ ਔਰ ਉਹ ਲੁੱਟਣਾ ਚਾਹੁੰਦੇ ਨੇ ਟੋਟਲ ਇਕੋਨਮੀ ਨੂੰ ਪੋਲੀਟੀਸ਼ੀਅਨ ਦੇ ਸਹਿਯੋਗ ਨਾਲ। ਇਹ ਲੜਾਈ ਤਾਂ ਜਿੱਤ ਲਾਂਗੇ, ਪਰ ਇਹ ਤੋਂ ਅਗਲੇ ਜਿਹੜਾ ਪੜਾਅ ਹੈ, ਹੋਰ ਵੀ ਜਿਸ ਤਰ੍ਹਾਂ ਦੀਆਂ ਸਾਡੇ ਸਾਹਮਣੇ ਆ ਰਹੀਆਂ ਨੇ ਗੱਲਾਂ, ਖੇਤੀ ਨੂੰ, ਪੰਜਾਬ ਨੂੰ ਬਚਾਉਣ ਵਾਸਤੇ ਬਹੁਤ ਸਾਰੇ ਖਤਰਨਾਕ ਮਨਸੂਬੇ ਨੇ ਜਿਹਦੇ ਖਿਲਾਫ ਲੜਾਈ ਲੜਨੀ ਪਏਗੀ, ਕੋਈ ਪਲਾਨ ਕਰਨਾ ਪਏਗਾ। ਹਾਂ, ਇਹ ਵੀ ਠੀਕ ਹੈ ਭਈ ਲੋਕਾਂ ਦਾ ਦਬਾਅ ਸਾਡੇ 'ਤੇ ਹੈ, ਅਸੀਂ ਸੋਚ ਰਹੇ ਹਾਂ, ਪਰ ਸਾਡੀ ਇਸ ਵੇਲੇ ਜਿਹੜੀ ਟੌਪ ਪ੍ਰਾਇਰਟੀ ਹੈ ਉਹ ਹੈ ਮੋਰਚੇ ਨੂੰ ਜਿੱਤਣਾ ਸਾਡੇ ਲਈ ਲਾਜ਼ਮੀ ਹੈ। ਦੂਜੇ ਪਾਸੇ ਸਾਡੀਆਂ ਜਿਹੜੇ ਹੈਗੇ ਰਾਜ ਭਾਗ ਵਾਲੇ, ਭਾਜਪਾ ਵਾਲੇ ਕੇਂਦਰ 'ਚ ਬੈਠੇ, ਉਹਨਾਂ ਨੂੰ ਵੀ ਇਹ ਸਮਝ ਪੈਂਦੀ ਹੈ ਵੀ ਜਿਹੜੇ ਪੰਜਾਬ ਦੇ ਲੋਕ ਨੇ ਤਬਦੀਲੀ ਚਾਹੁੰਦੇ ਨੇ, ਇਹ ਸਾਡੇ ਕੋਲੋਂ ਗੁਰਜ ਖੋਹ ਲੈਣਗੇ। ਪੰਜਾਬ ਦੇ ਲੋਕ ਉਹ ਅੰਦੋਲਨ ਨੂੰ ਜਾਣਬੁੱਝ ਕੇ ਲਮਕਾ ਰਹੇ ਨੇ। ਉਹ ਕਹਿੰਦੇ ਜੇ ਇਹਦਾ ਫੈਸਲਾ ਹੋ ਗਿਆ, ਕਿਤੇ ਲੋਕ ਇਹਨਾਂ ਨੂੰ ਚੱਕ ਕੇ ਸਾਡੇ ਮੁਕਾਬਲੇ 'ਤੇ ਖੜੇ ਨਾ ਕਰ ਦੇਣ, ਇਸ ਕਰਕੇ ਉਹ ਰਸਤੇ 'ਚ ਰੋੜਾ। ਰਾਜੇਵਾਲ ਜੀ, ਬਹੁਤ ਵੱਡਾ ਸਵਾਲ ਤੁਸੀਂ ਕਰ ਰਹੇ ਹੋ। ਜਿੱਦਾਂ ਤੁਸੀਂ ਆਪਾਂ ਪੱਛਮੀ ਬੰਗਾਲ ਦੀ ਗੱਲ ਕਰਦੇ ਹਾਂ, ਹੋਰਾਂ ਰਾਜਾਂ ਦੀ ਗੱਲ ਕਰਦੇ ਹਾਂ ਜਿੱਥੇ ਭਾਜਪਾ ਨੂੰ ਧੱਕਾ ਲੱਗਿਆ, ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਇੱਕ ਮਾਡਲ ਬਣੇ ਦੇਸ਼ ਦੇ ਵਿੱਚ? ਜੇ ਇਸ ਦੇਸ਼ ਦੇ ਨਾਲ ਜਿਹੜੀ ਦੇਸ਼ ਦੀ ਸਰਕਾਰ ਹੈ ਕੇਂਦਰ 'ਚ ਬੈਠੀ, ਉਹਨੇ ਪੰਜਾਬੀਆਂ ਨਾਲ, ਕਿਸਾਨਾਂ ਨਾਲ ਧਰੋਹ ਕੀਤਾ, ਤਾਂ ਤੁਸੀਂ ਪੰਜਾਬ ਇੱਕ ਨਵਾਂ ਮਾਰਗ ਵੀ ਤਾਂ ਬਣਾ ਸਕਦਾ। ਪੰਜਾਬ ਵੀ ਤਾਂ ਮਾਡਲ ਬਣ ਕੇ ਸਾਰੇ ਦੇਸ਼ ਦੇ ਅੱਗੇ ਆ ਸਕਦਾ। ਪੰਜਾਬ ਕਿਉਂ ਨਾ ਮਾਡਲ ਬਣੇ ਸਾਰੇ ਦੇਸ਼ ਦਾ? ਨਹੀਂ, ਪੰਜਾਬ ਪਹਿਲਾਂ ਵੀ ਮਾਡਲ ਸੀ, ਪੰਜਾਬ ਹਮੇਸ਼ਾ ਮਾਡਲ ਰਿਹਾ। ਮੈਂ ਮਿਸਾਲ ਦਿਆਂਗਾ, ਜਦੋਂ ਐਮਰਜੈਂਸੀ ਤੋਂ ਬਾਅਦ ਲੀਡਰ ਬਾਹਰ ਆਏ ਤਾਂ ਜੈ ਪ੍ਰਕਾਸ਼ ਨਰਾਇਣ ਬਿਹਾਰ ਤੋਂ ਸੀ। ਉਹਨਾਂ ਨੂੰ ਇਹ ਪਤਾ ਸੀ ਵੀ ਪੰਜਾਬ ਦੀ ਮਿੱਟੀ ਐਸੀ ਉਪਜਾਊ ਹੈ, ਪੰਜਾਬ ਦੇ ਲੋਕ ਇੰਨੇ ਹੈਗੇ ਨੇ ਐਗਰੈਸਿਵ ਔਰ ਅੰਦੋਲਨਕਾਰੀ ਨੇਚਰ ਦੇ, ਪੰਜਾਬ ਦੇ ਲੋਕ ਅਗਾਂਹ ਵਧੂ ਸੋਚ ਦੇ ਧਾਰਨੀ ਨੇ। ਜੇ ਪੰਜਾਬ ਤੋਂ ਹੀ ਨਾਅਰਾ ਦਿੱਤਾ ਜਾਏ ਤਾਂ ਉਹ ਸਫਲ ਹੋਏਗਾ। ਉਹਨੇ ਇੱਥੇ ਆ ਕੇ ਜਨਤਾ ਪਾਰਟੀ ਦਾ ਨਾਅਰਾ ਦਿੱਤਾ ਅਤੇ ਜਨਤਾ ਪਾਰਟੀ ਕਿਤੇ ਨਹੀਂ ਸੀ ਐਗਜ਼ਿਸਟ ਕਰਦੀ। ਸਾਰੇ ਦੇਸ਼ ਵਿੱਚ ਜਨਤਾ ਹੋ ਗਈ ਔਰ ਜਨਤਾ ਪਾਰਟੀ ਦੀ ਸਰਕਾਰ ਬਣ ਗਈ। ਨਹੀਂ ਚਲਾਈ, ਲੀਡਰਾਂ ਦਾ ਕਸੂਰ ਹੈ, ਲੋਕਾਂ ਨੇ ਤਬਦੀਲੀ ਲੈ ਆਂਦੀ। ਇਹ ਕਈ ਵਾਰੀ ਮੌਕਾ ਮਿਲਿਆ, ਇਸ ਤਰ੍ਹਾਂ ਲੋਕਾਂ ਨੇ ਤਬਦੀਲੀ ਲਿਆਂਦੀ ਹੈ। ਇਸੇ ਤਰ੍ਹਾਂ ਇਹ ਵੀ ਸਾਰੇ ਦੇਸ਼ ਦੇ ਲੋਕ ਦੇਖਦੇ ਨੇ। ਅੱਜ ਸਾਨੂੰ ਜਦੋਂ ਗੱਲ ਕਰਦੇ ਨੇ ਸਾਊਥ ਇੰਡੀਅਨ ਅਤੇ ਹੋਰ ਸਟੇਟਾਂ ਦੇ ਲੋਕ, ਉਹ ਕਹਿੰਦੇ ਨੇ ਵੀ ਅਸੀਂ ਧੰਨਵਾਦੀ ਹਾਂ ਪੰਜਾਬ ਦੇ ਕਿਸਾਨਾਂ ਨੇ, ਇਹਨਾਂ ਨੇ ਸਾਰੇ ਦੇਸ਼ ਨੂੰ ਜਗਾ ਦਿੱਤਾ ਔਰ ਸਾਰੇ ਦੇਸ਼ ਨੂੰ ਇੱਕ ਲੜੀ ਵਿੱਚ ਪਰੋ ਦਿੱਤਾ, ਔਰ ਇਹਦਾ ਕ੍ਰੈਡਿਟ ਸਾਰਾ ਪੰਜਾਬ ਨੂੰ ਜਾਂਦਾ, ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜਾਂਦਾ। ਇਹ ਬਣੇਗਾ ਤਾਂ ਮਾਡਲ ਇਹੀ ਮਾਡਲ ਪੰਜਾਬ ਰਿਹਾ, ਪੰਜਾਬ ਹੀ ਰਹੇਗਾ। ਅਤੇ ਜੇ ਦੇਸ਼ ਨੂੰ ਬਚਾਉਣ ਵਾਲੇ ਪਾਸੇ ਕੁਝ ਕੀਤਾ ਹੈ ਤਾਂ ਜਵਾਨ ਵੀ ਅਸੀਂ ਦਿੱਤੇ, ਕਿਸਾਨ ਵੀ ਅਸੀਂ ਦਿੱਤੇ, ਭੁੱਖਮਰੀ ਵੀ ਅਸੀਂ ਦੂਰ ਕੀਤੀ, ਹਰ ਚੀਜ਼ ਦੀ ਦੇਸ਼ ਨੂੰ ਫੂਡ ਸਰਪਲਸ ਕੀਤਾ ਤਾਂ ਉਹ ਵੀ ਸਾਡਾ ਸੀ। ਅਤੇ ਮੈਨੂੰ ਲੱਗਦਾ ਵੀ ਪੰਜਾਬ ਐਤਕੀ ਵੀ ਮਾਡਲ ਹੀ ਰਹੇਗਾ। ਜੇ ਚੰਗਾ ਮਾਡਲ ਬਣ ਗਿਆ ਤਾਂ ਸਾਰੇ ਦੇਸ਼ ਲਈ ਇਹ ਇੱਕ ਨਵਾਂ ਰਾਹ ਦਸੇਰਾ ਵੀ ਬਣੇਗਾ। ਜੀ, ਆਖਰੀ ਸਵਾਲ, 3 ਖੇਤੀ ਕਾਨੂੰਨ ਰੱਦ ਕਰਾਉਣ ਦੀ ਗੱਲ ਕਰਦੇ ਹਾਂ, ਉਹਦੇ 'ਤੇ ਭਰੋਸੇਯੋਗਤਾ ਦੀ ਗੱਲ, ਅਤੇ ਪੰਜਾਬ ਮਾਡਲ ਦੇ ਤੌਰ 'ਤੇ ਪੂਰੇ ਦੇਸ਼ ਦੇ ਵਿੱਚ ਉਭਾਰ ਕੇ ਸਾਹਮਣੇ ਲਿਆਓਗੇ, ਭਰੋਸਾ ਦਿਓਗੇ ਤੁਸੀਂ ਸਾਡੇ ਦਰਸ਼ਕਾਂ ਨੂੰ ਜਿਹੜੇ ਦੁਨੀਆ ਭਰ 'ਚ ਬੈਠੇ ਤੁਹਾਨੂੰ ਦੇਖ ਰਹੇ ਹੈ, ਸੁਣ ਰਹੇ ਹੈ? ਨਹੀਂ, ਇਹ ਸਾਰਾ ਕੁਝ ਭਵਿੱਖ ਦੇ ਗਰਭ 'ਚ ਹੈ, ਕੁਦਰਤ ਜਾਣਦੀ ਹੈ। ਜਿਵੇਂ ਅਕਾਲ ਪੁਰਖ ਨੇ ਮੋਰਚਾ ਚਲਾਇਆ, ਉਹਨੂੰ ਪਤਾ ਨਹੀਂ ਕੀ ਮਨਜ਼ੂਰ ਹੈ, ਮੈਂ ਨਹੀਂ ਅੱਜ ਕੁਝ ਕਹਿ ਸਕਦਾ। ਅਕਾਲ ਪੁਰਖ 'ਤੇ ਸਭ ਤੋਂ ਬੜੀ ਟੇਕ ਉਹਦੇ 'ਤੇ ਵੀ ਹੈ, ਲੋਕਾਂ 'ਤੇ ਵੀ ਹੈ। ਅਤੇ ਲੋਕ ਹੀ ਅਕਾਲ ਪੁਰਖ ਜਿਹੜਾ ਲੋਕਾਂ ਦੇ ਵਿੱਚੋਂ ਹੀ ਵਿਚਰਦਾ ਹੈ। ਅਤੇ ਉਹ ਪਤਾ ਨਹੀਂ ਕਿਹਨੂੰ ਇਹ ਮਾਡਲ ਜਿਹੜਾ ਨਵਾਂ ਮਾਡਲ ਤਿਆਰ ਕਰਨਾ ਹੈ, ਉਹਦੇ ਲਈ ਕਿਹਨੂੰ ਉਹ ਕਿਹਦੇ ਸਿਰ 'ਤੇ ਜ਼ਿੰਮੇਵਾਰੀ ਪਾਏਗਾ, ਕਿਹਦੇ 'ਤੇ ਬਖਸ਼ਿਸ਼ ਕਰੇਗਾ ਔਰ ਜ਼ਿੰਮੇਵਾਰੀ ਪਾਏਗਾ ਕਿਸੇ 'ਤੇ। ਇੱਕ ਵੱਡੀ ਜ਼ਿੰਮੇਵਾਰੀ ਹੈ। ਤੋ ਇਹ ਮੈਂ ਅੱਜ ਨਹੀਂ ਕਹਿ ਸਕਦਾ, ਭਵਿੱਖ ਦੀ ਗੱਲ ਹੈ, ਪਰ ਹੋਏਗਾ ਜ਼ਰੂਰ ਕੁਛ ਨਾ ਕੁਛ। ਬਹੁਤ ਮਿਹਰਬਾਨੀ। ਇਹ ਸਨ ਸਾਹਿਬ ਬਲਵੀਰ ਸਿੰਘ ਰਾਜੇਵਾਲ, ਜਿਨ੍ਹਾਂ ਨੇ ਗੱਲ ਕੀਤੀ ਹੈ ਕਿਸਾਨੀ ਅੰਦੋਲਨ ਦੀ ਕਿ 3 ਖੇਤੀ ਕਾਨੂੰਨ ਰੱਦ ਤਾਂ ਹੋਣਗੇ। ਜਿੱਥੋਂ ਤੱਕ ਦੇਸ਼ ਨੂੰ ਸੇਧ ਦੇਣ ਦਾ ਸਵਾਲ ਹੈ, ਪੰਜਾਬ ਨੇ ਪਿਛਲੇ ਲੰਬੇ ਸਮੇਂ 'ਚ ਵੀ ਬਹੁਤ ਸਾਰੇ ਮੌਕਿਆਂ 'ਤੇ ਆਜ਼ਾਦੀ ਤੋਂ ਲੈ ਕੇ ਸੇਧ ਦਿੱਤੀ ਹੈ। ਉਹ ਕਹਿੰਦੇ ਹੁਣ ਵੀ ਦੇਸ਼ 'ਚ ਤਬਦੀਲੀ ਦੇ ਲਈ ਪੰਜਾਬ ਮਾਡਲ ਬਣੇਗਾ। ਇਹਨਾਂ ਮੁੱਦਿਆਂ 'ਤੇ ਆਉਣ ਲਈ ਮੈਂ ਤੁਹਾਡੇ ਸਾਰਿਆਂ ਵੱਲੋਂ
ਰਾਜੇਵਾਲ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ। ਤੇ ਇੰਝ ਹੀ ਤੁਹਾਨੂੰ ਵੀ ਸੁਨੇਹਾ ਹੈ ਕਿ ਅਗਲੇ ਹਫ਼ਤੇ ਆਪਾਂ ਹੋਰ ਇੰਝ ਕਿਸੇ ਅਹਿਮ ਹਸਤੀ ਨਾਲ ਕਰਾਂਗੇ ਮੁਲਾਕਾਤ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।